ਮੁੱਖ ਲਕਸ਼ ਸੀ ਪਰਮੇਸ਼ਰ ਪ੍ਰਾਪਤੀ, ਉਹ ਪ੍ਰਾਪਤੀ ਕੀਤੀ। ਜਦੋਂ ਅਸੀਂ ਸਮਾਧੀ ਦੇ ਵਿੱਚ ਬੈਠ ਜਾਵਾਂਗੇ, ਸਮਾਧੀ ਦੇ ਵਿੱਚ ਬੈਠਿਆਂ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ। ਸਮਾਧੀ ਤੋਂ ਜਦੋਂ ਫਿਰ ਉੱਠਾਂਗੇ, ਫਿਰ ਸਾਡਾ ਜਿਹੜਾ ਸੰਬੰਧ ਹੈ ਉਹ ਸੰਸਾਰ ਦੇ ਨਾਲ ਹੋ ਜਾਵੇ। ਯੋਗ ਦੇ ਵਿੱਚ ਮੇਨ ਰੂਪ ਦੇ ਵਿੱਚ 3 ਪ੍ਰਕਾਰ ਦਾ ਯੋਗ ਮੰਨਿਆ ਜਾਂਦਾ ਹੈ: ਹਠ ਯੋਗ, ਕਿਰਿਆ ਯੋਗ ਅਤੇ ਸਹਿਜ ਯੋਗ। ਹਠ ਯੋਗ ਕਹਿੰਦੇ ਹਨ ਇੱਕ ਵਿਅਕਤੀ ਛੱਤ ਦੇ ਉੱਪਰ ਖੜਾ ਹੈ, ਦੂਸਰਾ ਵਿਅਕਤੀ ਥੱਲਿਓਂ ਇੱਟ ਸੁੱਟਦਾ ਹੈ, ਪੱਥਰ ਸੁੱਟਦਾ ਹੈ। ਹੋ ਸਕਦਾ ਉੱਪਰ ਵਾਲੇ ਵਿਅਕਤੀ ਦੇ ਹੱਥ ਦੇ ਵਿੱਚ ਉਹ ਇੱਟ ਆ ਜਾਵੇ, ਪੱਥਰ ਆ ਜਾਵੇ, ਨਾ ਆਵੇ, ਵਾਪਸ ਥੱਲੇ ਵਾਲੇ ਵਿਅਕਤੀ ਦੇ ਸਿਰ ਦੇ ਵਿੱਚ ਆ ਕਰਕੇ ਵੱਜ ਸਕਦੀ ਹੈ, ਉਸ ਦਾ ਨੁਕਸਾਨ ਹੋ ਸਕਦਾ। ਇਸੇ ਤਰ੍ਹਾਂ ਹੀ ਦੂਸਰਾ ਹੈ ਕਿਰਿਆ ਯੋਗ। ਇੱਕ ਵਿਅਕਤੀ ਛੱਤ ਦੇ ਉੱਤੋਂ ਥੱਲੇ ਰੱਸੀ ਲਟਕਾਉਂਦਾ ਹੈ, ਥੱਲੇ ਵਾਲਾ ਵਿਅਕਤੀ ਉਸ ਰੱਸੀ ਦੇ ਨਾਲ ਇੱਟ ਨੂੰ ਬੰਨ੍ਹਦਾ ਹੈ, ਪੱਥਰ ਨੂੰ ਬੰਨ੍ਹਦਾ ਹੈ, ਉੱਪਰ ਵਾਲਾ ਖਿੱਚਦਾ ਹੈ। ਹੋ ਸਕਦਾ ਹੈ ਰੱਸੀ ਖਿਸਕ ਜਾਵੇ, ਇੱਟ ਜਾਂ ਪੱਥਰ ਉਸ ਦੇ ਸਿਰ ਦੇ ਉੱਤੇ ਡਿੱਗ ਜਾਵੇ, ਉਸ ਦੇ ਸਰੀਰ ਦਾ ਨੁਕਸਾਨ ਹੋ ਜਾਵੇ। ਤੀਸਰਾ ਸਾਧਨ ਹੈ ਸਹਿਜ ਯੋਗ। ਉਸ ਵਿਅਕਤੀ ਨੇ ਇੱਟ ਨੂੰ, ਪੱਥਰ ਨੂੰ ਆਪਣੇ ਸਿਰ ਦੇ ਉੱਤੇ ਚੱਕਿਆ, ਹੌਲੀ ਹੌਲੀ ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਸਟੈਪ ਵਾਈਜ਼ ਕਰਦਿਆਂ ਛੱਤ ਦੇ ਉੱਤੇ ਉਸ ਪੱਥਰ ਨੂੰ, ਇੱਟ ਨੂੰ ਲੈ ਕਰਕੇ ਪਹੁੰਚ ਗਿਆ। ਇਹ ਹੈ ਸਹਿਜ ਯੋਗ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਜਿਹੜਾ ਮਾਰਗ ਹੈ ਉਹ ਸਹਿਜ ਯੋਗ ਹੈ, ਨਾ ਕਿਰਿਆ ਯੋਗ ਹੈ ਅਤੇ ਨਾ ਹਠ ਯੋਗ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗੁਰਮਤਿ ਦੇ ਵਿੱਚ ਸਹਿਜ ਯੋਗ ਦੱਸਿਆ ਹੈ ਕਿ ਭਾਈ ਤੁਸੀਂ ਉਸ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਕਰਨੀ ਹੈ ਉਹ ਸਹਿਜ ਦੇ ਵਿੱਚ ਰਹਿੰਦਿਆਂ ਹੋਇਆਂ ਕਰਨੀ ਹੈ, ਸਰਲਤਾ ਦੇ ਨਾਲ, ਸਹਿਜਤਾ ਦੇ ਨਾਲ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਾਰਗ ਦੱਸਿਆ ਹੈ। ਅਗਰ ਅਸੀਂ ਉਸ ਗੁਰਮਤਿ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਗੁਰਮਤਿ ਦੇ ਮਾਰਗ ਨੂੰ ਅਪਣਾਉਂਦੇ ਹਾਂ, ਸੁਭਾਵਿਕ ਹੈ ਸਾਨੂੰ ਆਪਣੇ ਲਕਸ਼ ਦੀ ਪ੍ਰਾਪਤੀ ਹੋ ਜਾਂਦੀ। ਸਿੱਧਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤਾ, ਦੁਨੀਆ ਸਾਗਰ ਦੁੱਤਰ ਕਹੀਏ, ਅਰਥਾਤ ਜਿਹੜਾ ਇਹ ਸੰਸਾਰ ਹੈ ਇਹ ਬਹੁਤ ਦੁੱਤਰ ਹੈ। ਇਹ ਜਿਹੜਾ ਸੰਸਾਰ ਦੁੱਤਰ ਹੈ, ਦੁਸਤਰ ਹੈ, ਜਿਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ। ਕਿਉਂਕਿ ਜਦੋਂ ਆਪਾਂ ਅਧਿਆਤਮ ਦੀ ਵਿਚਾਰ ਕਰਦੇ ਹਾਂ, ਸਭ ਤੋਂ ਪਹਿਲਾਂ ਸਾਡੇ ਸਾਹਮਣੇ ਆ ਕਰਕੇ ਸੰਸਾਰ ਖੜਾ ਹੋ ਜਾਂਦਾ ਹੈ ਕਿ ਇਸ ਸੰਸਾਰ ਰੂਪੀ ਸਮੁੰਦਰ ਨੂੰ ਜਿਹੜਾ ਬਹੁਤ ਦੁਸਤਰ ਹੈ, ਜਿਹੜਾ ਪਾਰ ਕਰਨਾ ਬਹੁਤ ਮੁਸ਼ਕਲ ਹੈ, ਉਸ ਨੂੰ ਕਿਵੇਂ ਪਾਰ ਕੀਤਾ ਜਾਵੇ, ਇਸ ਸੰਸਾਰ ਦੇ ਵਿੱਚੋਂ ਪਾਰ ਕਿਵੇਂ ਲੰਘਿਆ ਜਾਵੇ। ਅਰਥਾਤ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ, ਇਸ ਸਮੁੰਦਰ ਨੂੰ ਅਸੀਂ ਪਾਰ ਕਿਵੇਂ ਕਰਨਾ ਹੈ। ਫਿਰ ਇਸੇ ਤਰ੍ਹਾਂ ਪ੍ਰਸ਼ਨ ਕਰਦਿਆਂ ਸਿੱਧਾਂ ਨੇ ਅਨੇਕ ਪ੍ਰਸ਼ਨ ਕੀਤੇ ਹਨ ਕਿ ਤੁਹਾਡਾ ਜਿਹੜਾ ਮਾਰਗ ਹੈ, ਤੁਸੀਂ ਜਿਸ ਮਾਰਗ ਦੇ ਉੱਤੇ ਚੱਲ ਰਹੇ ਹੋ, ਜਿਹੜਾ ਤੁਸੀਂ ਵਪਾਰ ਕਰ ਰਹੇ ਹੋ, ਸਾਚ ਅਰਥਾਤ ਜਿਹੜਾ ਤੁਸੀਂ ਆਪਣਾ ਵਣਜ ਕਰ ਰਹੇ ਹੋ, ਵਪਾਰ ਕਰ ਰਹੇ ਹੋ, ਕਿਸ ਮਾਰਗ ਦੇ ਦੁਆਰਾ, ਕਿਸ ਪੰਥ ਦੇ ਦੁਆਰਾ ਤੁਸੀਂ ਆਪਣੇ ਸੇਵਕਾਂ ਨੂੰ ਉਸ ਪਰਮ ਲਕਸ਼ ਤੱਕ ਪਹੁੰਚਾਓਗੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਅੰਤਰ ਸ਼ਬਦ ਅਰਥਾਤ ਜਦੋਂ ਸਾਡੇ ਹਿਰਦੇ ਦੇ ਵਿੱਚ ਸ਼ਬਦ ਚੱਲਦਾ ਹੈ, ਜਿਵੇਂ ਜਿਵੇਂ ਅਸੀਂ ਸ਼ਬਦ ਦੇ ਨਾਲ ਜੁੜਦੇ ਹਾਂ, ਅੰਤਰ ਸ਼ਬਦ ਨਿਰੰਤਰ ਮੁਦਰਾ, ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੇ ਸ਼ਬਦ ਸੋ ਸਮਝ ਪਰੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਦੋਂ ਸਾਡੇ ਅੰਦਰ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਚੱਲਦਾ ਹੈ, ਜਿਵੇਂ ਜਿਵੇਂ ਅਸੀਂ ਸ਼ਬਦ ਦੇ ਨਾਲ ਜੁੜਾਂਗੇ, ਸ਼ਬਦ ਦੀ ਨਿਰੰਤਰ ਆਰਾਧਨਾ ਕਰਾਂਗੇ, ਇਹ ਸ਼ਬਦ ਹੀ ਸਾਡੀ ਮੁਦਰਾ ਹਨ। ਜੋਗੀਆਂ ਨੇ ਆਪਣੇ ਅਨੇਕ ਸਾਧਨ ਦੱਸੇ ਹਨ ਕਿ ਅਸੀਂ ਖਿੰਤਾ ਰੱਖਦੇ ਹਾਂ, ਮੁਦਰਾ ਪਾਉਂਦੇ ਹਾਂ, ਆਪਣੇ ਸਾਰੇ ਸਾਧਨ ਗਿਨਾਏ ਅਨੇਕ ਪ੍ਰਸ਼ਨ ਕਰਕੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜੇ ਬਾਹਰ ਦੇ ਸਾਧਨ ਹਨ, ਇਹਨਾਂ ਬਾਹਰ ਦੇ ਸਾਧਨਾਂ ਦਾ ਸਾਡੀ ਅੰਤਰ ਆਤਮਾ ਦੇ ਨਾਲ ਕੋਈ ਸੰਬੰਧ ਨਹੀਂ। ਸਾਡੀ ਜਿਹੜੀ ਅੰਤਰ ਆਤਮਾ ਹੈ, ਉਸ ਅੰਤਰ ਆਤਮਾ ਦਾ ਸੰਬੰਧ ਸ਼ਬਦ ਦੇ ਨਾਲ ਹੈ। ਜਦੋਂ ਸਾਡੇ ਅੰਦਰ ਸ਼ਬਦ ਚੱਲੇਗਾ, ਸ਼ਬਦ ਦੇ ਦੁਆਰਾ ਹੀ ਸਾਡੇ ਅੰਦਰ ਜਿਹੜਾ ਮੋਹ ਹੈ, ਸਾਡੇ ਅੰਦਰ ਜਿਹੜੀ ਮਮਤਾ ਹੈ, ਉਸ ਮਮਤਾ ਦਾ ਨਾਸ਼ ਹੋਵੇਗਾ। ਜਿੰਨਾ ਚਿਰ ਤੱਕ ਸਾਡੇ ਅੰਦਰੋਂ ਮੋਹ ਨਾਸ਼ ਨਹੀਂ ਹੋਵੇਗਾ, ਮਮਤਾ ਖਤਮ ਨਹੀਂ ਹੋਵੇਗੀ, ਅਸੀਂ ਬਾਹਰ ਦੇ ਜਿੰਨੇ ਮਰਜ਼ੀ ਸਾਧਨ ਅਪਣਾ ਲਈਏ, ਉਹਨਾਂ ਚਿਰ ਤੱਕ ਸਾਨੂੰ ਆਪਣੇ ਜੀਵਨ ਦੇ ਵਿੱਚ ਸਫਲਤਾ ਨਹੀਂ ਮਿਲ ਸਕਦੀ।
ਇਸ ਵਾਸਤੇ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਦਰਸਾਉਣਾ ਕੀਤਾ ਕਿ ਅਸੀਂ ਜਦੋਂ ਸ਼ਬਦ ਦੀ ਆਰਾਧਨਾ ਕਰਦੇ ਹਾਂ, ਸ਼ਬਦ ਦੇ ਨਾਲ ਜੁੜਦੇ ਹਾਂ, ਸ਼ਬਦ ਦੀ ਆਰਾਧਨਾ ਦੇ ਨਾਲ ਹੀ ਸਾਡੇ ਅੰਦਰੋਂ ਮਮਤਾ ਖਤਮ ਹੁੰਦੀ। ਜਿਵੇਂ ਅਸੀਂ ਉਦਾਹਰਨ ਲੈ ਲਈਏ, ਦ੍ਰਿਸ਼ਟਾਂਤ ਆਉਂਦਾ ਹੈ ਕਿ ਇੱਕ ਵਾਰ ਇੱਕ ਵਿਅਕਤੀ ਵਿਦੇਸ਼ ਦੇ ਵਿੱਚ ਵਪਾਰ ਕਰਨ ਵਾਸਤੇ ਚਲਿਆ ਗਿਆ। ਵਪਾਰ ਕਰਦਿਆਂ ਕਰਦਿਆਂ ਬਹੁਤ ਜ਼ਿਆਦਾ ਲੰਮਾ ਸਮਾਂ ਬੀਤ ਗਿਆ। ਉਸਦਾ ਛੋਟਾ ਜਿਹਾ ਬੱਚਾ ਸੀ, ਉਹ ਪੈਦਾ ਹੋਇਆ। ਉਸਦੇ ਰਹਿੰਦਿਆਂ ਹੌਲੀ ਹੌਲੀ ਬੱਚਾ ਵੱਡਾ ਹੁੰਦਾ ਗਿਆ, ਜਵਾਨ ਹੋ ਗਿਆ। ਬੱਚੇ ਨੇ ਆਪਣੀ ਮਾਂ ਨੂੰ ਪੁੱਛਣਾ ਕੀਤਾ ਕਿ ਮੇਰਾ ਬਾਪ ਕੌਣ ਹੈ, ਕਿੱਥੇ ਹੈ। ਉਸਨੇ ਦੱਸਿਆ ਕਿ ਉਹ ਫਲਾਣੇ ਦੇਸ਼ ਦੇ ਵਿੱਚ ਰਹਿੰਦਾ ਹੈ, ਫਲਾਣਾ ਉਸਦਾ ਨਾਮ ਹੈ, ਫਲਾਣਾ ਉਸਦਾ ਐਡਰੈਸ ਹੈ, ਬਹੁਤ ਸਮਾਂ ਹੋ ਗਿਆ ਤੇਰੇ ਪਿਤਾ ਨੂੰ ਵਿਦੇਸ਼ ਗਿਆ। ਕਹਿੰਦੇ ਉਹ ਬੱਚਾ ਆਪਣੇ ਪਿਤਾ ਨੂੰ ਲੈਣ ਵਾਸਤੇ ਆਪਣੇ ਘਰ ਦੇ ਵਿੱਚੋਂ ਚੱਲ ਪਿਆ। ਜਾਂਦਿਆਂ ਜਾਂਦਿਆਂ ਇੱਕ ਜਗ੍ਹਾ ਕਿਸੇ ਸਰਾਂ ਦੇ ਵਿੱਚ ਠਹਿਰ ਗਿਆ। ਉਸ ਸਰਾਂ ਦੇ ਵਿੱਚ ਠਹਿਰਨ ਦੇ ਕਾਰਨ ਕੀ ਹੋਇਆ ਕਿ ਉਧਰੋਂ ਉਸਦਾ ਪਿਤਾ ਵੀ ਵਾਪਸ ਆ ਰਿਹਾ ਆਪਣੇ ਘਰ ਨੂੰ, ਉਸੇ ਸਰਾਂ ਦੇ ਵਿੱਚ ਉਹ ਠਹਿਰ ਗਿਆ। ਰਾਤ ਦਾ ਸਮਾਂ ਹੋ ਗਿਆ। ਰਾਤ ਦੇ ਸਮੇਂ ਉਸ ਬੱਚੇ ਦੇ ਪੇਟ ਦੇ ਵਿੱਚ ਇੰਨੀ ਜ਼ਿਆਦਾ ਦਰਦ ਹੋਈ ਕਿ ਉਹ ਦਰਦ ਦੇ ਨਾਲ ਤੜਫਣ ਲੱਗ ਪਿਆ। ਉਹ ਜਿਹੜਾ ਸੇਠ ਸੀ, ਵਿਅਕਤੀ ਵਿਦੇਸ਼ ਦੇ ਵਿੱਚ ਗਿਆ ਸੀ, ਉਸਨੇ ਦੇਖਿਆ ਕਿ ਮੇਰੀ ਨੀਂਦ ਖਰਾਬ ਹੋ ਗਈ। ਮੈਨੇਜਰ ਨੂੰ ਜਾ ਕਰਕੇ ਕਿਹਾ ਕਿ ਇਸ ਬੱਚੇ ਨੂੰ ਇਸ ਸਰਾਂ ਦੇ ਵਿੱਚੋਂ ਬਾਹਰ ਕੱਢ ਦਿਓ ਕਿਉਂਕਿ ਮੇਰੀ ਨੀਂਦ ਖਰਾਬ ਹੋ ਰਹੀ। ਠੰਡ ਦਾ ਸਮਾਂ ਸੀ, ਉਸ ਬੱਚੇ ਨੂੰ ਉਸ ਸਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਬੱਚਾ ਬਾਹਰ ਠੰਡ ਦੇ ਵਿੱਚ ਤੜਫਦਿਆਂ ਤੜਫਦਿਆਂ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਕਹਿੰਦੇ ਉਸ ਵਿਅਕਤੀ ਦੇ ਉੱਤੇ ਕੋਈ ਅਸਰ ਨਹੀਂ ਪਿਆ। ਜਦੋਂ ਸਵੇਰ ਹੋਇਆ ਪਤਾ ਲੱਗਾ ਕਿ ਉਸ ਵਿਅਕਤੀ ਦੀ ਮੌਤ ਹੋ ਗਈ ਜਿਸ ਨੂੰ ਬਾਹਰ ਕੱਢਿਆ ਗਿਆ ਸੀ। ਕਹਿੰਦੇ ਉਸ ਨੂੰ ਕੋਈ ਦੁੱਖ ਨਹੀਂ ਹੋਇਆ, ਕੋਈ ਤਕਲੀਫ ਨਹੀਂ ਹੋਈ, ਕੋਈ ਪਰੇਸ਼ਾਨੀ ਨਹੀਂ। ਜਦੋਂ ਉਸ ਬੱਚੇ ਦੀ ਜੇਬ ਦੇ ਵਿੱਚੋਂ ਪੱਤਰ ਕੱਢਿਆ, ਉਸ ਪੱਤਰ ਦੇ ਵਿੱਚ ਆਪਣਾ ਐਡਰੈਸ ਦੇਖਿਆ, ਪਤਾ ਲੱਗਾ ਕਿ ਇਹ ਮੇਰਾ ਪੁੱਤਰ ਸੀ। ਉਸੇ ਵੇਲੇ ਕਹਿੰਦੇ ਉਹ ਵਿਅਕਤੀ ਤੜਫਣ ਲੱਗ ਪਿਆ। ਕਿਉਂ ਤੜਫਣ ਲੱਗ ਪਿਆ ਕਿ ਉਸ ਦੀ ਮਮਤਾ ਜਾਗ ਗਈ। ਪਤਾ ਲੱਗ ਗਿਆ ਕਿ ਇਹ ਬੱਚਾ ਮੇਰਾ ਹੈ। ਜਦੋਂ ਅਸੀਂ ਕਿਸੇ ਸੰਸਾਰ ਦੀ ਵਸਤੂ ਦੇ ਨਾਲ, ਵਿਅਕਤੀ ਦੇ ਨਾਲ, ਪਦਾਰਥ ਦੇ ਨਾਲ ਆਪਣਾ ਸੰਬੰਧ ਜੋੜ ਲੈਂਦੇ ਹਾਂ, ਸਾਡੇ ਅੰਦਰ ਮਮਤਾ ਪੈਦਾ ਹੋ ਜਾਂਦੀ ਹੈ। ਉਹੀ ਮਮਤਾ ਸਾਡੀ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਉਲਝਾਉਣ ਦਾ ਕਾਰਨ ਬਣਦੀ। ਜਿਵੇਂ ਜਿਵੇਂ ਅਸੀਂ ਇਸ ਮਮਤਾ ਤੋਂ ਉੱਪਰ ਉੱਠਾਂਗੇ, ਆਪਣੇ ਅੰਦਰੋਂ ਮੋਹ ਮਮਤਾ ਨੂੰ ਤਿਆਗਾਂਗੇ, ਤਾਂ ਹੀ ਭਾਈ ਹੌਲੀ ਹੌਲੀ ਅਸੀਂ ਇਹਨਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਵਿਕਾਰਾਂ ਨੂੰ ਖਤਮ ਕਰਾਂਗੇ। ਇਹ ਵਿਕਾਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਸਾਡੇ ਕਿਵੇਂ ਖਤਮ ਹੋਣਗੇ? ਜਦੋਂ ਅਸੀਂ ਗੁਰੂ ਦੀ ਆਗਿਆ ਦੇ ਵਿੱਚ ਰਹਿ ਕਰਕੇ। ਜਿਵੇਂ ਜਿਵੇਂ ਸਿੱਧ ਪ੍ਰਸ਼ਨ ਕਰਦੇ ਹਨ ਕਿ ਅਸੀਂ ਇਹ ਜਿਹੜੇ ਵਿਕਾਰ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਕਿਵੇਂ ਖਤਮ ਕਰਾਂਗੇ? ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਵਾਂਗੇ, ਗੁਰੂ ਦੇ ਚਰਨਾਂ ਦੇ ਵਿੱਚ ਰਵਾਂਗੇ। ਗੁਰੂ ਦੀ ਕਿਰਪਾ ਦੇ ਦੁਆਰਾ ਹੀ ਸਾਡੇ ਅੰਦਰੋਂ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਆਦਿ, ਹੰਕਾਰ ਆਦਿ ਵਿਕਾਰ ਹਨ, ਇਹ ਖਤਮ ਹੋਣਗੇ। ਫਿਰ ਸਿੱਧਾਂ ਨੇ ਇਹ ਪ੍ਰਸ਼ਨ ਕੀਤਾ ਕਿ ਸੰਸਾਰ ਦੇ ਵਿੱਚੋਂ ਪਾਰ ਹੋਣ ਦਾ ਮਾਰਗ ਕੀ ਹੈ? ਕਿਹੜਾ ਵਿਅਕਤੀ ਹੈ ਜਿਹੜਾ ਇਸ ਦੁਸਤਰ ਮਾਇਆ ਦੇ ਵਿੱਚ ਉਲਝ ਜਾਂਦਾ ਹੈ ਅਤੇ ਕਿਹੜਾ ਵਿਅਕਤੀ ਹੈ ਜਿਹੜਾ ਇਸ ਦੁਸਤਰ ਮਾਇਆ ਦੇ ਵਿੱਚੋਂ ਪਾਰ ਹੋ ਜਾਂਦਾ ਹੈ? ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਜਿਹੜਾ ਮਨਮੁਖ ਹੈ ਉਹ ਮਨਮੁਖ ਇਸ ਸੰਸਾਰ ਦੇ ਵਿੱਚ ਉਲਝ ਜਾਂਦਾ, ਸੰਸਾਰ ਦੁਸਤਰ ਦੇ ਵਿੱਚ ਫਸ ਜਾਂਦਾ ਹੈ। ਕਿਉਂ ਫਸ ਜਾਂਦਾ ਹੈ? ਕਿ ਉਹ ਆਪਣੀ ਮਤ ਨੂੰ ਵਰਤਦਾ ਹੈ। ਆਪਣੀ ਮਤ ਨੂੰ ਵਰਤਣ ਦੇ ਕਾਰਨ ਉਹ ਜੀਵ ਇਸ ਸੰਸਾਰ ਦੇ ਵਿੱਚ ਉਲਝਦਿਆਂ ਉਲਝਦਿਆਂ 84 ਦੇ ਚੱਕਰ ਦੇ ਵਿੱਚ ਪੈ ਜਾਂਦਾ। ਜਿਹੜਾ ਜੀਵ ਗੁਰਮੁਖ ਬਣ ਜਾਂਦਾ ਹੈ, ਆਪਣੇ ਗੁਰੂ ਵੱਲ ਨੂੰ ਮੁਖ ਕਰਕੇ ਚੱਲਦਾ ਹੈ, ਗੁਰੂ ਦੀ ਆਗਿਆ ਮੰਨਦਾ ਹੈ, ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ, ਉਹ ਵਿਅਕਤੀ ਆਪਣੇ ਇਸ ਮਨੁੱਖ ਜਨਮ ਦੇ ਲਾਹੇ ਨੂੰ ਪ੍ਰਾਪਤ ਕਰ ਜਾਂਦਾ ਹੈ। ਕਿਉਂਕਿ ਭਾਈ ਜਿਹੜੀ ਮੁਕਤੀ ਹੈ ਇਹ ਸਾਨੂੰ ਕਿਸੇ ਵਿਸ਼ੇਸ਼ ਸਾਧਨ ਦੇ ਦੁਆਰਾ ਪ੍ਰਾਪਤ ਨਹੀਂ ਹੁੰਦੀ। ਜਿਹੜੀ ਮੁਕਤੀ ਦੀ ਪ੍ਰਾਪਤੀ ਦਾ ਮਾਰਗ ਹੈ ਉਹ ਕੇਵਲ ਤਾਂ ਕੇਵਲ ਗੁਰੂ ਦੀ ਕਿਰਪਾ ਹੈ।
ਅਤੇ ਗੁਰੂ ਦੀ ਕਿਰਪਾ ਕਿਹਦੇ ਉੱਤੇ ਹੁੰਦੀ ਹੈ? ਜਿਹੜਾ ਗੁਰਮੁਖ ਹੁੰਦਾ ਹੈ, ਜਿਹੜਾ ਗੁਰਮਤਿ ਨੂੰ ਧਾਰਨ ਕਰਦਾ ਹੈ। ਜਿਵੇਂ ਜਿਵੇਂ ਅਸੀਂ ਗੁਰਮਤਿ ਨੂੰ ਧਾਰਨ ਕਰਾਂਗੇ, ਗੁਰਮਤਿ ਨੂੰ ਧਾਰਨ ਕਰਦਿਆਂ ਕਰਦਿਆਂ ਹੀ ਸਾਡੇ ਜੀਵਨ ਦੇ ਵਿੱਚ ਗੁਰਮੁਖਾਂ ਵਾਲੇ ਗੁਣ ਆਉਣਗੇ। ਜਦੋਂ ਅਸੀਂ ਗੁਰਮੁਖ ਬਣਾਂਗੇ ਤਾਂ ਹੀ ਭਾਈ ਸਾਡਾ ਇਸ ਸੰਸਾਰ ਦੇ ਉੱਤੋਂ ਪਾਰ ਉਤਾਰਾ ਹੋਵੇਗਾ। ਇਸ ਵਾਸਤੇ ਜਦੋਂ ਸਿੱਧਾਂ ਨੇ ਇਹ ਪ੍ਰਸ਼ਨ ਕੀਤਾ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੈ, ਕੀ ਤੁਹਾਡਾ ਟਿਕਾਣਾ ਹੈ, ਕੀ ਤੁਹਾਡਾ ਪੰਥ ਹੈ, ਕੀ ਤੁਹਾਡਾ ਮਾਰਗ ਹੈ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਅਸੀਂ ਉਸ ਸੱਚ ਵਪਾਰ ਦੇ ਵਪਾਰੀ, ਅਸੀਂ ਇਸ ਸੰਸਾਰ ਦੇ ਵਿੱਚ ਸੱਚ ਦਾ ਵਪਾਰ ਕਰਨ ਆਏ ਹਾਂ। ਅਤੇ ਸੱਚ ਦਾ ਵਪਾਰ ਅਸੀਂ ਕੀ ਕਰਨਾ ਹੈ? ਗੁਰਮੁਖ ਬਣ ਕਰਕੇ ਗੁਰਮਤਿ ਦੇ ਵਿੱਚ ਚੱਲਦਿਆਂ ਹੋਇਆਂ ਜਿਵੇਂ ਜਿਵੇਂ ਅਸੀਂ ਗੁਰਮਤਿ ਨੂੰ ਧਾਰਨ ਕਰਾਂਗੇ, ਗੁਰਮੁਖਾਂ ਵਾਲਾ ਜੀਵਨ ਅਪਣਾਵਾਂਗੇ। ਗੁਰਮੁਖਾਂ ਵਾਲਾ ਜੀਵਨ ਅਪਣਾਉਣ ਦੇ ਨਾਲ ਹੀ ਸਾਡਾ ਇਹ ਜਿਹੜਾ ਮਨੁੱਖ ਜਨਮ ਹੈ ਉਹ ਸਫਲ ਹੋਵੇ। ਫਿਰ ਜਿਵੇਂ ਜਿਵੇਂ ਸਿੱਧ ਅੱਗੇ ਤੋਂ ਅੱਗੇ ਪ੍ਰਸ਼ਨ ਕਰਦੇ ਹਨ, ਸਤਿਗੁਰੂ ਪਾਤਸ਼ਾਹ ਜੀ ਉਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਹੋਇਆਂ ਘੁਮਾ ਫਿਰਾ ਕੇ ਫਿਰ ਸਿੱਧਾਂ ਨੂੰ ਸ਼ਬਦ ਦੇ ਉੱਤੇ ਲੈ ਆਉਂਦੇ ਹਨ, ਨਾਮ ਦੇ ਉੱਤੇ ਲੈ ਆਉਂਦੇ ਹਨ। ਜਦੋਂ ਸਿੱਧ ਮਨ ਦੇ ਉੱਤੇ ਪ੍ਰਸ਼ਨ ਕਰਦੇ ਹਨ ਕਿ ਜਿਹੜਾ ਇਹ ਮਨ ਹੈ ਇਹ ਬਹੁਤ ਚੰਚਲ ਹੈ, ਇਸ ਮਨ ਨੂੰ ਕਿਵੇਂ ਟਿਕਾਵ ਦੇ ਵਿੱਚ ਲਿਆਈਏ? ਕਿਉਂਕਿ ਸਾਰੀ ਪਵਾੜੇ ਦਾ ਜੜ ਸਾਡਾ ਮਨ ਹੈ। ਅਗਰ ਸਾਡਾ ਮਨ ਚੰਚਲ ਹੈ, ਅਸੀਂ ਕਿੰਨੇ ਵੀ ਸਾਧਨ ਕਰ ਲਈਏ, ਸਾਨੂੰ ਆਪਣੇ ਲਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਮਨ ਚਲਤੋ ਸੱਚ ਕਰ ਬੈਸੇ, ਨਾਨਕ ਨਾਮ ਆਧਾਰੋ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਹ ਜਿਹੜਾ ਸਾਡਾ ਮਨ ਹੈ ਬਹੁਤ ਚੰਚਲ ਹੈ, ਪਰ ਇਹ ਸਥਿਰ ਕਿਵੇਂ ਹੋਵੇਗਾ, ਟਿਕੇਗਾ ਕਿਵੇਂ? ਜਦੋਂ ਇਸ ਨੂੰ ਨਾਮ ਦਾ ਆਧਾਰ ਮਿਲੇਗਾ, ਨਾਮ ਦਾ ਆਸਰਾ ਮਿਲੇਗਾ, ਸ਼ਬਦ ਦਾ ਆਸਰਾ ਮਿਲੇਗਾ। ਜਿਵੇਂ ਜਿਵੇਂ ਅਸੀਂ ਸ਼ਬਦ ਨੂੰ ਨਾਮ ਦੇ ਨਾਲ ਜੋੜਾਂਗੇ, ਉਵੇਂ ਉਵੇਂ ਸਾਡਾ ਜਿਹੜਾ ਮਨ ਹੈ ਉਹ ਸਥਿਰਤਾ ਵਾਲੇ ਪਾਸੇ ਜਾਵੇ। ਕਿਉਂਕਿ ਅਰਜਨ ਨੇ ਵੀ ਭਗਵਾਨ ਕ੍ਰਿਸ਼ਨ ਨੂੰ ਇਹ ਕਹਿ ਦਿੱਤਾ ਸੀ, ਅਰਜਨ ਉਸ ਸਮੇਂ ਦਾ ਭਾਰਤ ਵਰਸ਼ ਦਾ ਦੁਨੀਆ ਦਾ ਸਭ ਤੋਂ ਮਹਾਨ ਯੋਧਾ ਸੀ, ਧਨੁਰਧਾਰੀ ਸੀ। ਉਸਨੇ ਵੀ ਹੱਥ ਖੜੇ ਕਰ ਦਿੱਤੇ ਆਪਣੇ ਗੁਰੂ ਦੇ ਅੱਗੇ, ਕ੍ਰਿਸ਼ਨ ਭਗਵਾਨ ਦੇ ਅੱਗੇ। ਕਹਿੰਦਾ ਭਗਵਾਨ ਇਹ ਮਨ ਜਿਹੜਾ ਹੈ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ, ਬਹੁਤ ਜ਼ਿਆਦਾ ਚੰਚਲ ਹੈ। ਇਸ ਮਨ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ? ਕਹਿੰਦੇ ਭਗਵਾਨ ਕ੍ਰਿਸ਼ਨ ਨੇ ਉੱਤਰ ਦਿੱਤਾ, ਅਭਿਆਸੇਨ ਤੂੰ ਕੌਂਤੇਆ ਵੈਰਾਗੇਣ ਚ ਗ੍ਰਹੀਅਤੇ। ਕਹਿੰਦੇ ਜਿਵੇਂ ਜਿਵੇਂ ਤੂੰ ਨਾਮ ਦਾ ਅਭਿਆਸ ਕਰੇਂਗਾ, ਸ਼ਬਦ ਦਾ ਅਭਿਆਸ ਕਰੇਂਗਾ ਅਤੇ ਸੰਸਾਰ ਵੱਲੋਂ ਤੂੰ ਉਪਰਾਮਤਾ ਕਰੇਂਗਾ, ਵੈਰਾਗ ਧਾਰਨ ਕਰੇਂਗਾ, ਤਾਂ ਹੀ ਭਾਈ ਤੇਰਾ ਜਿਹੜਾ ਮਨ ਹੈ ਉਹ ਕੰਟਰੋਲ ਦੇ ਵਿੱਚ ਆਵੇਗਾ। ਸਤਿਗੁਰੂ ਪਾਤਸ਼ਾਹ ਵੀ ਗੁਰਬਾਣੀ ਦੇ ਵਿੱਚ ਕਿਰਪਾ ਕਰਦੇ ਹਨ, ਮਾਈ ਮਨ ਮੇਰੋ ਬਸ ਨਾਹੇ, ਨਿਸਬਾਸਰ ਬਿਖਿਆਨ ਕੋ ਧਾਵਤ ਕਿਹ ਬਿਦ ਰੋਕੋ ਤਾਹੇ। ਅਰਥਾਤ ਜਿਹੜਾ ਸਾਡਾ ਮਨ ਹੈ ਇਹ ਦਿਨ ਰਾਤ ਸੰਸਾਰ ਦੇ ਵਿਸ਼ਿਆਂ ਵੱਲ ਦੌੜਦਾ ਹੈ, ਦਿਨ ਰਾਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲ ਦੌੜਦਾ ਹੈ। ਸਾਧ ਸੰਗਤ ਜੀ ਅਸੀਂ ਦੇਖਦੇ ਹਾਂ ਕਿ ਸਾਡੇ ਸਾਹਮਣੇ ਇੱਕ ਸਿੱਕਾ ਪਿਆ ਹੈ। ਅਸੀਂ ਇਹ ਕਹੀਏ ਕਿ ਇੱਕੇ ਟਾਈਮ ਦੇ ਵਿੱਚ ਉਸ ਸਿੱਕੇ ਦੇ ਦੋਨੋਂ ਪਹਿਲੂ ਅਸੀਂ ਦੇਖ ਸਕੀਏ, ਇਹ ਕਦੀ ਨਹੀਂ ਹੋ ਸਕਦਾ। ਕਿਉਂਕਿ ਜਦੋਂ ਵੀ ਅਸੀਂ ਉਸ ਸਿੱਕੇ ਨੂੰ ਪਕੜਾਂਗੇ, ਦੇਖਾਂਗੇ, ਇੱਕ ਸਮੇਂ ਦੇ ਵਿੱਚ ਉਸ ਦਾ ਇੱਕ ਪਾਸਾ ਹੀ ਦੇਖ ਸਕਦੇ ਹਾਂ। ਅਗਰ ਉਸ ਦਾ ਏਕੇ ਵਾਲਾ ਪਾਸਾ ਸਾਡੇ ਵੱਲ ਹੋਵੇਗਾ ਤਾਂ ਦੂਸਰੇ ਪਾਸੇ ਦੀ ਪਿੱਠ ਹੋ ਜਾਵੇਗੀ। ਅਗਰ ਏਕੇ ਵਾਲਾ ਪਾਸਾ 1 ਰੁਪਏ ਦਾ ਦੂਸਰੇ ਪਾਸੇ ਜਾਵੇਗਾ ਤਾਂ ਉਸ ਦੀ ਸਾਡੇ ਵੱਲ ਪਿੱਠ ਹੋ ਜਾਵੇਗੀ, ਦੂਸਰਾ ਅਸੀਂ ਦੇਖਾਂਗੇ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਸਿੱਧਾਂ ਨੂੰ ਕਹਿੰਦੇ ਹਨ ਕਿ ਭਾਈ ਅਗਰ ਤੁਸੀਂ ਅਧਿਆਤਮਤਾ ਨੂੰ ਪ੍ਰਾਪਤ ਕਰਨਾ ਹੈ ਤਾਂ ਜਿਹੜਾ ਤੁਸੀਂ ਆਪਣੇ ਅੰਦਰ ਹੰਕਾਰ ਪਾਲਿਆ ਹੋਇਆ ਹੈ ਇਸ ਨੂੰ ਖਤਮ ਕਰਨਾ ਪਵੇਗਾ, ਇਸ ਦੇ ਵੱਲ ਤੁਹਾਨੂੰ ਪਿੱਠ ਕਰਨੀ ਪਵੇਗੀ। ਜਦੋਂ ਅਸੀਂ ਕਾਮ ਕ੍ਰੋਧ ਲੋਭ ਮੋਹ ਵੱਲ ਦੌੜਦੇ ਹਾਂ ਤਾਂ ਸੁਭਾਵਿਕ ਹੈ ਸਾਡੀ ਪਰਮੇਸ਼ਰ ਵੱਲ ਪਿੱਠ ਹੋ ਜਾਂਦੀ ਹੈ। ਦੇਖਣ ਨੂੰ ਅਸੀਂ ਜਿੰਨੇ ਮਰਜ਼ੀ ਵੱਡੇ ਸਾਧਕ ਦਿਖੀਏ, ਜਿੰਨੇ ਮਰਜ਼ੀ ਵੱਡੇ ਸਿੱਧ ਦਿਖੀਏ, ਪਰ ਜਦੋਂ ਅਸੀਂ ਕਾਮ ਕ੍ਰੋਧ ਲੋਭ ਮੋਹ ਵੱਲ ਦੌੜਾਂਗੇ ਸੁਭਾਵਿਕ ਹੈ ਸਾਡੀ ਪਰਮੇਸ਼ਰ ਵੱਲ ਪਿੱਠ ਹੋ ਜਾਵੇਗੀ। ਕਿਉਂਕਿ ਇਹ ਇੱਕ ਸਿੱਕੇ ਦੇ ਦੋ ਪਹਿਲੂ ਹਨ।
ਜਦੋਂ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਲ ਪਿੱਠ ਕਰਾਂਗੇ ਤਾਂ ਸੁਭਾਵਿਕ ਹੈ ਸਾਡਾ ਜਿਹੜਾ ਮੁਖ ਹੈ ਉਹ ਗੁਰੂ ਵੱਲ ਹੋ ਜਾਵੇਗਾ, ਅਸੀਂ ਗੁਰਮੁਖ ਬਣ ਜਾਵਾਂਗੇ। ਜਦੋਂ ਅਸੀਂ ਗੁਰਮੁਖ ਬਣਾਂਗੇ, ਗੁਰਮੁਖ ਬਣਨ ਦੇ